ਸਾਰਿਆਂ ਦਾ ਆਨਲਾਈਨ ਕਲਾਸ ਵਿੱਚ ਸਵਾਗਤ ਹੈ ਜੀ ਆਇਆਂ ਆਖਿਆ ਜਾਂਦਾ ਆਪ ਸਾਰਿਆਂ ਨੂੰ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਵੀਰ ਭੈਣਾਂ ਨੇ ਮਿਲ ਕੇ ਲਾਈਵ ਜਿਹੜੀ ਇਹ ਵਿਚਾਰ ਕੀਤੀ ਸੀ ਆਸਾ ਕੀ ਵਾਰ ਦੀ, ਤਾਂ ਆਸਾ ਕੀ ਵਾਰ ਦੀ ਵਿਚਾਰ ਜਿਹੜੀ ਸਾਡੀ ਸ਼ਨੀਵਾਰ ਖਤਮ ਹੋ ਗਈ ਸੀ। ਤਾਂ ਅੱਜ ਤੋਂ ਲੈ ਕੇ ਅਸੀਂ ਸਾਰੇ ਵੀਰ ਭੈਣਾਂ ਜਪਜੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਸਿੱਖ ਦੇ ਨਿਤਨੇਮ ਦੇ ਵਿੱਚ ਸਵੇਰ ਦੇ ਵਕਤ ਦੇ ਵਿੱਚ ਸ਼ਾਮਲ ਹੈ। ਜਪਜੀ ਸਾਹਿਬ ਜੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਨਵੇਕਲੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕ ਕ੍ਰਾਂਤੀਕਾਰੀ ਰਹਿਬਰੀ ਪੁਰਸ਼ ਨੇ, ਜਿਨ੍ਹਾਂ ਨੇ ਪਿਛਲੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਮੀਆਂ ਔਰ ਦੋਸ਼ ਸਨ, ਉਹਨਾਂ ਨੂੰ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜੋ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ। ਇਸ ਲਈ ਜਿਹੜਾ ਹੈ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਨੂੰ ਕੀ ਵਿਚਾਰ ਦਿੱਤੇ ਨੇ। ਅਸਲ ਸਮੱਸਿਆ ਜੋ ਮਨੁੱਖ ਦੀ ਹੈ ਪੂਰੀ ਦੁਨੀਆ ਦੇ ਅੰਦਰ, ਉਹ ਸਮੱਸਿਆ ਹੈ ਕੂੜ ਦੀ, ਝੂਠ ਦੀ। ਕੂੜ ਕਰਕੇ ਮਨੁੱਖ ਨਹੀਂ ਰਹਿ ਜਾਂਦਾ, ਇਹ ਬੇਤਾਲਾ ਬਣ ਜਾਂਦਾ ਹੈ। ਔਰ ਜਦੋਂ ਕੂੜ ਪ੍ਰਧਾਨ ਹੋ ਜਾਏ, ਸ਼ਰਮ ਔਰ ਧਰਮ ਦੋਵੇਂ ਹੀ ਛਾਪ ਖਲੋਂਦੇ ਨੇ ਔਰ ਸ਼ਰਮ ਔਰ ਧਰਮ ਮਨੁੱਖੀ ਜ਼ਿੰਦਗੀ ਚੋਂ ਖਤਮ ਹੋ ਜਾਂਦੇ। ਇਸ ਲਈ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਪਰਿਵਾਰਕ, ਵਿਵਹਾਰਿਕ, ਮਾਨਸਿਕ, ਬੌਧਿਕ, ਆਤਮਿਕ ਆਦਿਕ ਕੇਵਲ ਸਚਿਆਰ ਬਣਨ ਕਰਕੇ ਖਤਮ ਹੋ ਸਕਦੀਆਂ ਨੇ। ਇਸ ਲਈ ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰਦੇਵ ਨੇ ਇੱਕ ਸਵਾਲ ਕੀਤਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜੋ ਮਨੁੱਖ ਦੀ ਸਮੱਸਿਆ ਹੈ ਉਹ ਸਚਿਆਰ ਨਾ ਹੋਣ ਕਰਕੇ ਪੈਦਾ ਹੋਈਆਂ ਨੇ। ਜੇ ਮਨੁੱਖ ਸਚਿਆਰ ਹੋ ਜਾਏ ਤਾਂ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਹ ਗੱਲ ਯਾਦ ਰੱਖਣਾ ਕਿ ਸੱਚੇ ਔਰ ਸਚਿਆਰ ਦੇ ਵਿੱਚ ਫਰਕ ਹੈ। ਸੱਚਾ ਕੋਈ ਵੀ ਹੋ ਸਕਦਾ ਹੈ, ਲੇਕਿਨ ਸਚਿਆਰ ਹਰ ਕੋਈ ਨਹੀਂ ਹੁੰਦਾ। ਸੱਚਾ ਤਾਂ ਗੰਗੂ ਵੀ ਹੈ, ਜੋ ਕਚਹਿਰੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਸਮੇਂ ਦੀ ਸਰਕਾਰ ਦੇ ਕੋਲ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਪਰ ਉਹ ਸਚਿਆਰ ਨਹੀਂ ਹੈ। ਰੀਜਨ ਕਿ ਉਹਦੀ ਭਾਵਨਾ ਸੱਚੀ ਨਹੀਂ ਹੈ, ਉਹਦਾ ਇਰਾਦਾ ਸੱਚਾ ਨਹੀਂ ਹੈ, ਉਹਦੇ ਸੱਚ ਦੇ ਬੈਕਗ੍ਰਾਉਂਡ ਦੇ ਅੰਦਰ ਸੱਚ ਨਹੀਂ। ਉਹਦੀ ਭਾਵਨਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਪਰਿਵਾਰ ਵਾਸਤੇ ਸੁੱਖ ਔਰ ਸ਼ਾਂਤੀ ਬਹਾਲ ਕਰਾਂ, ਆਪਣੇ ਬੱਚਿਆਂ ਲਈ ਇਨਾਮ ਲਵਾਂ। ਇਸ ਲਈ ਗੰਗੂ ਸਚਿਆਰ ਨਹੀਂ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਔਰ ਗਨੀ ਖਾਂ, ਨਬੀ ਖਾਂ, ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਕੌਣ ਹੈ, ਤਾਂ ਉਹ ਕਹਿੰਦੇ ਨੇ ਇਹ ਉੱਚ ਦਾ ਪੀਰ ਹੈ, ਗੁਰੂ ਗੋਬਿੰਦ ਸਿੰਘ ਨਹੀਂ ਹੈ। ਤਾਂ ਅਸਲ ਦੇ ਅੰਦਰ ਦੇਖੋ, ਇੱਥੇ ਆਮ ਦੁਨਿਆਵੀ ਨਜ਼ਰ ਦੇ ਨਾਲ ਅਸੀਂ ਵੇਖਾਂਗੇ ਤਾਂ ਉਹ ਸਾਨੂੰ ਝੂਠ ਬੋਲਦੇ ਪ੍ਰਤੀਤ ਹੋਣਗੇ, ਪਰ ਉਹਨਾਂ ਦੇ ਪਿੱਛੇ ਭਾਵਨਾ ਕੀ ਹੈ? ਉਹਨਾਂ ਦੀ ਭਾਵਨਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਰੀਰ ਕਰਕੇ ਬਚਦੇ ਨੇ ਤਾਂ ਇਸ ਦੁਨੀਆ ਦੇ ਉੱਤੇ ਧਰਮ ਬਚੇਗਾ, ਤਾਂ ਇਸ ਦੁਨੀਆ ਦੇ ਉੱਤੇ ਕੋਈ ਮਨੁੱਖੀ ਹੱਕਾਂ ਦੀ ਗੱਲ ਕਰੇਗਾ। ਇਸ ਲਈ ਉਹਨਾਂ ਦੀ ਭਾਵਨਾ ਮਹਾਨ ਹੈ। ਤਾਂ ਜੋ ਮਨ ਕਰਕੇ, ਭਾਵਨਾਵਾਂ ਕਰਕੇ, ਕਰਮਾਂ ਕਰਕੇ ਸੱਚ ਦਾ ਧਾਰਨੀ ਹੈ, ਉਸ ਨੂੰ ਸਚਿਆਰ ਕਹਿੰਦੇ ਨੇ। ਤਾਂ ਸਾਡੀ ਪ੍ਰੋਬਲਮ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈ। ਤਾਂ ਜਪਜੀ ਸਾਹਿਬ ਜੀ ਦੇ ਸਾਰੇ ਦੇ ਅੰਦਰ ਜਿਹੜਾ ਹੈ ਸਚਿਆਰ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ। ਸਚਿਆਰ ਕਿਵੇਂ ਹੋਣਾ ਹੈ ਸਾਧਨ ਦੱਸੇ ਗਏ ਨੇ, ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਹਰ ਸ਼ਬਦ ਦੇ ਅੰਦਰ ਸਚਿਆਰ ਬਣਨ ਵਾਸਤੇ ਪ੍ਰੇਰਿਆ ਗਿਆ ਹੈ। ਤਾਂ ਆਓ ਅਸੀਂ ਵਿਚਾਰ ਕਰੀਏ ਜਪਜੀ ਸਾਹਿਬ ਜੀ ਦੀ। ਜਪਜੀ ਸਾਹਿਬ ਜੀ ਦੇ ਆਦਿ ਦੇ ਅੰਦਰ ਮੰਗਲਾਚਰਨ ਹੈ, ਜਿਸ ਨੂੰ ਸਿੱਖ ਧਰਮ ਦੇ ਅੰਦਰ ਮੂਲ ਮੰਤਰ ਕਿਹਾ ਜਾਂਦਾ ਹੈ। ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼,
ਤੇ ਮੂਲ ਦਾ ਮਤਲਬ ਮੂਲ, ਜੋ ਮੂਲ ਉਪਦੇਸ਼ ਹੈ, ਮੂਲ ਸਿਧਾਂਤ ਹੈ, ਜੋ ਸਰਬ ਸਾਂਝਾ ਹੈ, ਸਰਬਦੇਸ਼ੀ ਹੈ ਔਰ ਸਰਬਕਾਲੀ ਹੈ। ਇੱਕ ਗੱਲ ਯਾਦ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਰਬਦੇਸ਼ੀ ਹੈ, ਸਰਬ ਸਾਂਝੀ ਹੈ ਔਰ ਸਰਬਕਾਲੀ ਹੈ। ਸਰਬ ਸਾਂਝੀ ਦਾ ਮਤਲਬ ਕਿ ਪੂਰੀ ਮਨੁੱਖਤਾ ਵਾਸਤੇ ਹੈ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ ਹੈ, ਇਹ ਪੂਰੀ ਮਨੁੱਖਤਾ ਵਾਸਤੇ ਹੈ। ਸਰਬਦੇਸ਼ੀ ਦਾ ਮਤਲਬ ਕਿ ਜੋ ਗੁਰਮਤ ਦੇ ਅੰਦਰ, ਗੁਰਬਾਣੀ ਅੰਦਰ ਸਿਧਾਂਤ ਦ੍ਰਿੜ ਕਰਾਏ ਨੇ, ਇਹ ਪੂਰੀ ਦੁਨੀਆ ਦੇ ਅੰਦਰ ਹਰ ਥਾਂ ਤੇ ਲਾਗੂ ਹੋ ਸਕਦੇ ਨੇ, ਕਿਸੇ ਵੀ ਦੇਸ਼ ਵਿੱਚ ਲਾਗੂ ਹੋ ਸਕਦੇ ਨੇ। ਜੇ ਕੱਲ ਨੂੰ ਮੰਗਲ ਗ੍ਰਹਿ ਤੇ ਕਲੋਨੀਆਂ ਵਸਦੀਆਂ ਨੇ, ਕਿਸੇ ਹੋਰ ਗ੍ਰਹਿ ਤੇ ਬੰਦਾ ਜਾਂਦਾ ਹੈ ਤਾਂ ਉੱਥੇ ਵੀ ਇਹ ਲਾਗੂ ਹੋ ਸਕਦੇ ਨੇ। ਤੇ ਸਰਬਕਾਲੀ ਦਾ ਮਤਲਬ ਹੈ ਹਰ ਵਕਤ, ਬੀਤ ਗਏ ਸਮੇਂ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਸਿਧਾਂਤ ਲਾਗੂ ਨੇ। ਔਰ ਸਿਧਾਂਤ ਕਿਹਾ ਹੀ ਉਸ ਨੂੰ ਜਾਂਦਾ ਹੈ ਜੋ ਸਰਬ ਸਾਂਝਾ, ਸਰਬਦੇਸ਼ੀ ਔਰ ਸਰਬਕਾਲੀ ਹੋਵੇ। ਤਾਂ ਜਦੋਂ ਵੀ ਕੋਈ ਧਰਮੀ ਪੁਰਸ਼ ਧਰਮ ਗ੍ਰੰਥ ਲਿਖਦਾ ਹੈ ਤਾਂ ਉਹਦੇ ਅੰਦਰ ਉਹ ਮੰਗਲਾਚਰਨ ਲਿਖਦਾ, ਤੇ ਉਸ ਮੰਗਲਾਚਰਨ ਦੇ ਅੰਦਰ ਉਹ ਆਪਣੇ ਇਸ਼ਟ ਦੇਵ ਦੇ ਅੱਗੇ ਪ੍ਰਾਰਥਨਾ ਕਰਦਾ ਹੈ, ਉਸ ਇਸ਼ਟ ਦੇਵ ਦਾ ਰੂਪ ਔਰ ਸਰੂਪ ਅਤੇ ਕਰਤੱਵ ਬਿਆਨ ਕਰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਪਜੀ ਸਾਹਿਬ ਜੀ ਦੇ ਆਦਿ ਵਿੱਚ ਮੰਗਲਾਚਰਨ ਲਿਖਿਆ ਹੈ, ਮੂਲ ਮੰਤਰ ਲਿਖਿਆ ਹੈ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੋਂ ਤੱਕ ਮੂਲ ਮੰਤਰ ਹੈ, ਇਹ ਧਿਆਨ ਰੱਖਣਾ ਹੈ, ਇੱਥੋਂ ਤੱਕ ਮੂਲ ਮੰਤਰ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਕਈ ਲੋਕ ਨਾਨਕ ਹੋਸੀ ਪੀ ਸੱਚ ਤੱਕ ਮੰਨਦੇ ਹਨ, ਪਰ ਉਹ ਠੀਕ ਨਹੀਂ ਹੈ, ਕਿਉਂਕਿ ਆਪ ਦੇਖ ਰਹੇ ਹੋ, ਆਪਣੇ ਗੁਟਕਿਆਂ ਵਿੱਚ ਦੇਖ ਸਕਦੇ ਹੋ ਜਾਂ ਫੋਨ ਦੇ ਉੱਤੇ ਦੇਖ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਸਕਦੇ ਹੋ ਕਿ ਗੁਰਪ੍ਰਸਾਦ ਤੋਂ ਬਾਅਦ ਅੰਦਰ 2 ਡੰਡੀਆਂ ਲਗਾਈਆਂ ਗਈਆਂ ਨੇ, ਫੁੱਲ ਸਟਾਪ, ਪੂਰਨ ਵਿਰਾਮ। ਇਹਦਾ ਮਤਲਬ ਇੱਥੇ ਇੱਕ ਚੀਜ਼ ਪੂਰੀ ਹੋ ਗਈ ਹੈ। ਅੱਗੇ ਥੱਲੇ ਜਪ ਲਿਖਿਆ ਹੈ, ਤੇ ਜਪ ਦੇ ਖੱਬੇ ਪਾਸੇ ਵੀ ਔਰ ਸੱਜੇ ਪਾਸੇ ਵੀ 2 ਡੰਡੀਆਂ ਨੇ। ਕਈ ਲੋਕਾਂ ਨੇ ਇੱਕ ਗੁਸਤਾਖੀ ਕੀਤੀ ਹੈ ਖੱਬੇ ਪਾਸੇ ਦੀਆਂ ਡੰਡੀਆਂ ਹਟਾਉਣ ਦੀ, ਜੋ ਕਿ ਨਹੀਂ ਕਰਨੀ ਚਾਹੀਦੀ, ਇਹ ਬਹੁਤ ਵੱਡੀ ਭੁੱਲ ਹੈ। ਤਾਂ ਜਪ ਬਾਣੀ ਦਾ ਨਾਮ ਹੈ। ਉਸ ਤੋਂ ਅੱਗੇ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅੱਗੇ ਉੱਥੇ 2 ਡੰਡੀਆਂ ਪਾਈਆਂ ਗਈਆਂ ਹਨ, ਔਰ 2 ਡੰਡੀਆਂ ਤੋਂ ਬਾਅਦ ਫਿਰ ਇੱਕ ਲਿਖਿਆ ਹੈ, ਔਰ ਫਿਰ 2 ਡੰਡੀਆਂ ਪਾਈਆਂ ਨੇ। ਇਹਦਾ ਮਤਲਬ ਇੱਥੇ ਇੱਕ ਸ਼ਲੋਕ ਪੂਰਾ ਹੋ ਗਿਆ ਹੈ, ਇੱਥੇ ਇੱਕ ਸ਼ਲੋਕ ਪੂਰਾ ਹੋਇਆ ਹੈ। ਇਹ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਸ਼ਲੋਕ ਹੈ। ਇੱਕ ਸ਼ਲੋਕ ਸੁਖਮਨੀ ਸਾਹਿਬ ਜੀ ਦੇ ਵਿੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਉੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਹੈ। ਉਹ ਸ਼ਲੋਕ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮੂਲ ਮੰਤਰ ਅੰਦਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਮੈਂ ਫਿਰ ਦੁਹਰਾ ਦਿਆਂ, ਇਹਦੇ ਅੰਦਰ ਰੱਬ ਦਾ ਸਰੂਪ ਬਿਆਨ ਕੀਤਾ ਹੈ, ਰੱਬ ਕੀ ਹੈ, ਔਰ ਉਸ ਦੇ ਗੁਣ ਬਿਆਨ ਕੀਤੇ ਨੇ। ਨਾਲ ਉਸ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹਦੇ ਅੰਦਰ ਅਸੀਂ ਕਿਵੇਂ ਲੀਨ ਹੋ ਸਕਦੇ ਹਾਂ, ਉਹ ਸਾਧਨ ਦੱਸੇ ਨੇ। ਯਾਦ ਰੱਖਣਾ, ਕਿਸੇ ਵੀ ਗੋਲ ਤੇ ਪਹੁੰਚਣ ਵਾਸਤੇ 5 ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਸਾਡਾ ਗੋਲ ਕੀ ਹੈ। ਗੋਲ ਤੇ ਪਹੁੰਚਣ ਲਈ ਦੂਜੀ ਚੀਜ਼ ਹੈ ਕਿ ਉਹਦੇ ਵਾਸਤੇ ਸਾਧਨ ਕੀ ਨੇ। ਜੇ ਗੋਲ ਹੋਵੇ ਔਰ ਸਾਧਨ ਨਾ ਹੋਣ ਤਾਂ ਬੰਦਾ ਪਹੁੰਚ ਨਹੀਂ ਪਾਏਗਾ। ਤੀਜੀ ਚੀਜ਼ ਹੈ ਕਿ ਉਹ ਸਾਧਨ ਕਿੱਥੋਂ ਮਿਲਣਗੇ। ਜੇ ਇਹ ਪਤਾ ਨਾ ਹੋਵੇ ਤਾਂ ਬੰਦਾ ਗੋਲ ਤੇ ਨਹੀਂ ਪਹੁੰਚੇਗਾ। ਤੇ ਚੌਥੀ ਚੀਜ਼ ਹੈ ਕਿ ਉਹ ਸਾਧਨ ਸਾਨੂੰ ਕਿਵੇਂ ਮਿਲਣਗੇ। ਜੇ ਇਹ ਨਹੀਂ ਪਤਾ ਤਾਂ ਵੀ ਨਹੀਂ ਪਹੁੰਚ ਪਾਓਗੇ।
ਤੇ ਪੰਜਵੀਂ ਚੀਜ਼ ਹੈ ਕਿ ਅਸੀਂ ਕਿੰਨੇ ਸਮੇਂ ਦੇ ਅੰਦਰ ਆਪਣੇ ਗੋਲ ਤੇ ਪਹੁੰਚ ਜਾਵਾਂਗੇ। ਜੇ ਤੁਸੀਂ ਆਪਣਾ ਗੋਲ ਵੀ ਫਿਕਸ ਕਰ ਲਓ, ਉਹਦੇ ਵਾਸਤੇ ਸਾਧਨ ਵੀ ਨਿਸ਼ਚਿਤ ਕਰ ਲਓ, ਸਾਧਨ ਕਿੱਥੋਂ ਮਿਲਣਗੇ ਦਾ ਪਤਾ ਕਰ ਲਓ, ਸਾਧਨ ਕਿਵੇਂ ਮਿਲਣਗੇ, ਇਹ ਸਾਰੇ ਤੁਹਾਡੇ ਕੋਲ ਚੀਜ਼ਾਂ ਆ ਜਾਣ, ਪਰ ਜੇ ਤੁਸੀਂ ਟਾਈਮ ਫਿਕਸ ਨਹੀਂ ਕਰਦੇ ਕਿ ਅਸੀਂ ਕਿੰਨੇ ਸਮੇਂ ਵਿੱਚ ਪਹੁੰਚਣਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਹੋਇਆਂ ਵੀ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ। ਇਸੇ ਤਰ੍ਹਾਂ ਹੁਣ ਲੋਕ ਕਹਿੰਦੇ ਨੇ ਸਾਨੂੰ ਰੱਬ ਨਹੀਂ ਮਿਲਦਾ, ਅਸੀਂ ਰੱਬ ਵਿੱਚ ਅਭੇਦ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਤੁਸੀਂ ਟਾਈਮ ਫਿਕਸ ਨਹੀਂ ਕੀਤਾ, ਜਾਂ ਮੈਂ ਟਾਈਮ ਫਿਕਸ ਨਹੀਂ ਕੀਤਾ। ਰੱਬ ਕੀ ਹੈ, ਪਹਿਲਾਂ ਮੈਨੂੰ ਇਹ ਜਾਣਨਾ ਪਵੇਗਾ ਕਿ ਰੱਬ ਹੈ ਕੀ, ਜਿਹਨੂੰ ਮੈਂ ਮਿਲਣਾ ਚਾਹੁੰਦਾ, ਜਿਹਨੂੰ ਵੇਖਣਾ ਚਾਹੁੰਦਾ, ਅਨੁਭਵ ਕਰਨਾ ਚਾਹੁੰਦਾ। ਦੂਜਾ, ਉਹਦੇ ਨਾਲ ਮਿਲਣ ਵਾਸਤੇ ਸੋਰਸਿਸ ਕੀ ਨੇ। ਤੀਜਾ, ਉਹ ਸੋਰਸਿਸ ਕਿੱਥੋਂ ਮਿਲਣਗੇ। ਚੌਥਾ, ਉਹ ਕਿਵੇਂ ਮਿਲਣਗੇ। ਤੇ ਪੰਜਵਾਂ, ਮੈਂ ਕਿੰਨੇ ਸਮੇਂ ਦੇ ਅੰਦਰ ਰੱਬ ਵਿੱਚ ਅਭੇਦ ਹੋ ਜਾਣਾ ਚਾਹੁੰਦਾ। ਅੱਜ, ਕੱਲ, 10 ਦਿਨ ਵਿੱਚ, 10 ਸਾਲ ਬਾਅਦ, ਜਾਂ ਕਦੇ ਵੀ ਨਹੀਂ। ਟਾਈਮ ਤਾਂ ਫਿਕਸ ਕਰਨਾ ਪਵੇਗਾ ਨਾ। ਤਾਂ ਆਓ ਅਸੀਂ ਇਸ ਚੀਜ਼ ਦੀ ਹੁਣ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਨੇ ਸਾਨੂੰ ਇਹ ਸਾਧਨ ਵੀ ਦੱਸੇ ਨੇ, ਕਿਵੇਂ ਅਸੀਂ ਮਿਲਣਾ ਹੈ ਉਹ ਦੱਸਿਆ ਹੈ, ਰੱਬ ਕੀ ਹੈ ਬਿਆਨ ਕੀਤਾ ਹੈ, ਰੱਬ ਦੇ ਗੁਣ ਦੱਸੇ ਨੇ। ਟਾਈਮ ਫਿਕਸ ਅਸਾਂ ਆਪ ਕਰਨਾ ਹੈ। ਜੇ ਤੁਸੀਂ ਅੱਜ ਮਿਲਣਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਰੱਬ ਦੇ ਨਾਲ ਤੁਹਾਡਾ ਮਿਲਾਪ ਅੱਜ ਹੋ ਸਕਦਾ ਹੈ, ਔਰ ਵਾਸਤਵ ਦੇ ਅੰਦਰ ਜਿਹਦਾ ਮਿਲਾਪ ਹੋਇਆ ਹੈ ਉਹ ਅੱਜ ਹੀ ਹੋਇਆ ਹੈ, ਕੱਲ ਕਦੇ ਨਹੀਂ ਹੋਇਆ। ਜਿਹੜਾ ਕੱਲ ਬੀਤ ਗਿਆ ਉਹਨੇ ਵਾਪਸ ਆਉਣਾ ਨਹੀਂ। ਅੱਜ ਸੋਮਵਾਰ ਹੈ ਤੇ ਮੰਗਲਵਾਰ ਕੱਲ ਨੂੰ ਸਾਡਾ ਮਿਲਾਪ ਕਿਵੇਂ ਹੋਏਗਾ ਕਿ ਕੱਲ ਹਾਲੇ ਕੱਲ ਹੈ, ਉਹ ਆਇਆ ਨਹੀਂ। ਕੱਲ ਮੰਗਲਵਾਰ ਸਾਡੀ ਮੌਤ ਵੀ ਹੋ ਸਕਦੀ ਹੈ। ਸਾਡੇ ਕੋਲ ਅੱਜ ਸੋਮਵਾਰ ਦਾ ਦਿਨ ਹੀ ਹੈ ਮਿਲਣ ਵਾਸਤੇ। ਤੇ ਯਾਦ ਰੱਖਣਾ, ਹੁਣ ਸਾਡੇ ਕੋਲ ਆਪਣਾ 2:30 ਵੱਜ ਗਏ ਨੇ। ਹੋ ਸਕਦਾ ਹੈ 2:35 ਤੇ ਮੇਰੀ ਮੌਤ ਹੀ ਹੋ ਜਾਏ ਤੇ ਫਿਰ ਮੈਂ ਨਹੀਂ ਨਾ ਮਿਲ ਪਾਵਾਂਗਾ। ਇਸ ਲਈ ਜੇ ਮੈਂ ਮਿਲਣਾ ਚਾਹਨਾ ਤਾਂ ਮੈਨੂੰ ਹੁਣੇ ਹੀ ਮਿਲਣਾ ਪਵੇਗਾ, ਔਰ ਇਹ ਪੋਸੀਬਿਲਿਟੀ ਹੈ ਕਿ ਮੈਂ ਹੁਣੇ ਹੀ ਮਿਲ ਸਕਦਾ ਹਾਂ। ਸਾਨੂੰ ਸਮਾਂ ਨਿਸ਼ਚਿਤ ਕਰਨਾ ਪਵੇਗਾ। ਤਾਂ ਆਓ ਵਿਚਾਰ ਕਰੀਏ। ਇੱਕ ਆਪਾਂ ਵੇਖਦੇ ਹਾਂ ਇੱਕ ਓੰਕਾਰ। ਇਸ ਦਾ ਉਚਾਰਨ ਹੈ ਇੱਕ ਓੰਕਾਰ। ਇੱਕ ਦਾ ਮਤਲਬ ਉਹ ਇੱਕ ਹੈ। ਓੰਕਾਰ ਦਾ ਮਤਲਬ ਉਤਪत्ति, ਲੈਤਾ, ਪਾਲਣਾ ਕਰਨ ਵਾਲਾ ਹੈ, ਸੰਚਾਲਨ ਕਰਨ ਵਾਲਾ ਹੈ। ਕਾਰ ਦਾ ਮਤਲਬ ਲਗਾਤਾਰ, ਕੰਟੀਨਿਊ, ਲਗਾਤਾਰ, ਬਿਨਾਂ ਵਿੱਥ ਤੋਂ, ਅਵਿਰਲ। ਤਾਂ ਇੱਕ ਓੰਕਾਰ ਦਾ ਅਰਥ ਜੋ ਹੈ ਉਹ ਹੋਵੇਗਾ ਕਿ ਇੱਕ ਪਰਮ ਵਿਆਪਕ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪत्ति, ਲੈਤਾ, ਪਾਲਣਾ, ਸੰਚਾਲਨ ਹੁੰਦਾ ਹੈ, ਔਰ ਉਹ ਇੱਕ ਹੈ ਔਰ ਸਰਬ ਵਿਆਪਕ ਹੈ, ਕੰਟੀਨਿਊ ਹੈ। ਯਾਨੀ ਆ ਪੂਰਾ ਬ੍ਰਹਿਮੰਡ ਇੱਕ ਹੈ, ਰੱਬ ਇੱਕ ਹੈ। ਉਸ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ, ਉਹਦੀਆਂ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਨਾ ਜ਼ਮੀਨੀ ਤੌਰ ਤੇ, ਨਾ ਧਰਮਾਂ ਦੇ ਤੌਰ ਤੇ, ਨਾ ਰਾਜਨੀਤੀ ਦੇ ਤੌਰ ਤੇ, ਕਿਸੇ ਵੀ ਤੌਰ ਤੇ ਉਹਨੂੰ ਵੰਡਿਆ ਜਾ ਹੀ ਨਹੀਂ ਸਕਦਾ, ਕਿਉਂਕਿ ਉਹ ਹੈ ਹੀ ਇੱਕ, ਨਿਰਗੁਣ ਆਪ, ਸਰਗੁਣ ਵੀ ਉਹੀ। ਤਾਂ ਜਦੋਂ ਅਸੀਂ ਇਸ ਇੱਕ ਓੰਕਾਰ ਦੀ ਭਾਵਨਾ ਨੂੰ ਸਮਝਾਂਗੇ ਤਾਂ ਸਾਨੂੰ ਆ ਪੂਰਾ ਬ੍ਰਹਿਮੰਡ ਉਸ ਰੱਬ ਦਾ ਹੀ ਰੂਪ ਨਜ਼ਰੀ ਪਵੇਗਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹ ਜੋ ਇੱਕ ਹੀ ਹੈ, ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਪ੍ਰਭੂ ਆਪਣੇ ਆਪ ਤੋਂ ਆਪ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਨਿਰੰਕਾਰ ਤੋਂ ਸੰਸਾਰ ਹੋ ਗਿਆ ਹੈ, ਲਗਾਤਾਰ ਇੱਕ ਹੈ। ਸਤਨਾਮ, ਸਤਨਾਮ ਦਾ ਮਤਲਬ ਉਸ ਦਾ ਨਾਮ ਹੋਂਦ ਵਾਲਾ ਹੈ। ਵੈਸੇ ਰੱਬ ਦੇ ਅਨੇਕਾਂ ਨਾਮ ਨੇ, ਗੋਬਿੰਦ ਹੈ, ਗੋਪਾਲ ਹੈ, ਰਾਮ ਹੈ, ਰਹੀਮ ਹੈ, ਅਨੰਤ ਨਾਮ ਨੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਜਿੰਨੇ ਵੀ ਨਾਮ ਸੰਸਾਰ ਅੰਦਰ ਰੱਬ ਦੇ ਨੇ, ਉਹ ਰੱਬ ਨੇ ਆਪਣੇ ਨਾਮ ਆਪ ਨਹੀਂ ਰੱਖੇ, ਉਹ ਰੱਬ ਨੂੰ ਨਾਮ ਮਨੁੱਖ ਨੇ ਦਿੱਤੇ ਨੇ।
ਇਹ ਗੱਲ ਯਾਦ ਰੱਖਣਾ। ਮਨੁੱਖ ਦੀ ਜਦੋਂ ਬੁੱਧੀ ਨੇ ਕੰਮ ਕੀਤਾ, ਇਹਨੇ ਆਪਣੇ ਚਾਰੇ ਚਫੇਰੇ ਹਰੀਆਂ ਹਰੀਆਂ ਚੀਜ਼ਾਂ ਵੇਖੀਆਂ ਤਾਂ ਇਹਨੇ ਉਹਨਾਂ ਦਾ ਨਾਮ ਰੱਖਿਆ। ਇਹ ਕਣਕ ਹੈ, ਝੋਨਾ ਹੈ, ਝਾੜੀਆਂ ਨੇ, ਬੇਰੀਆਂ ਨੇ, ਨਿੰਮ ਹੈ, ਕਿੱਕਰ ਹੈ, ਪਿੱਪਲ ਹੈ, ਬੋੜ ਹੈ, ਤੁਲਸੀ ਹੈ, ਕੁਛ। ਇਹਨੇ ਆਪਣੇ ਚਾਰ ਚਫੇਰੇ ਪਸ਼ੂ ਪੰਛੀ ਵੇਖੇ, ਉਹਨਾਂ ਦੇ ਨਾਮ ਰੱਖੇ। ਚਿੜੀਆਂ ਨੇ, ਕਾਂ ਨੇ, ਕਬੂਤਰ ਨੇ, ਮੱਝ ਹੈ, ਗਾਂ ਹੈ, ਆਪਣੀ ਪਹਿਚਾਣ ਵਾਸਤੇ। ਇਹਨੇ ਇਸਤਰੀ ਪੁਰਸ਼ਾਂ ਦੇ ਨਾਮ ਰੱਖੇ, ਨਦੀਆਂ ਨਾਲਿਆਂ ਦੇ ਨਾਮ ਰੱਖੇ, ਪਹਾੜਾਂ ਦੇ ਨਾਮ ਰੱਖੇ। ਆਕਾਸ਼ ਵੱਲ ਵੇਖਿਆ, ਇਹਨੂੰ ਚਮਕਦੀਆਂ ਚੀਜ਼ਾਂ ਨਜ਼ਰੀ ਪਈਆਂ। ਸੂਰਜ ਨੂੰ ਨਾਮ ਇਹਨੇ ਦਿੱਤਾ, ਚੰਦਰਮਾ ਨੂੰ ਨਾਮ ਦਿੱਤਾ, ਗ੍ਰਹਿ ਨਕਸ਼ਤਰ ਤਾਰੇ ਆਕਾਸ਼ ਗੰਗਾਵਾਂ ਨੂੰ ਨਾਮ ਦਿੱਤਾ, ਹਵਾ ਨੂੰ, ਬੱਦਲਾਂ ਨੂੰ ਨਾਮ ਦਿੱਤਾ। ਫਿਰ ਇਹਦੀ ਸੁਰਤ ਨੇ ਕੰਮ ਕੀਤਾ ਕਿ ਇਹ ਸੰਸਾਰ ਨੂੰ ਬਣਾਇਆ ਕਿੰਨੇ ਹੋਣਾ ਹੈ, ਰੱਬ ਕਿੱਥੋਂ? ਤਾਂ ਆਪਣੇ ਆਪ ਤੋਂ। ਤਾਂ ਉਹਨੂੰ ਨਾਮ ਸੈਭੰ, ਗੁਰੂ ਸਾਹਿਬ ਜੀ ਕਹਿੰਦੇ ਨੇ ਸੈਭੰ, ਆਪਣੇ ਆਪ ਤੋਂ। ਫਿਰ ਵੇਖਿਆ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਕੋਈ ਹੋਣਾ ਹੈ, ਨਾਮ ਗੋਬਿੰਦ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਵੇਖਿਆ ਕਿ ਕੋਈ ਪਾਲਣਾ ਕਰਨ ਵਾਲਾ ਹੈ, ਨਾਮ ਗੋਪਾਲ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਕਿਸੇ ਨੇ ਵੇਖਿਆ ਕਿ ਉਹ ਰਮਿਆ ਹੋਇਆ ਹੈ ਤਾਂ ਨਾਮ ਰਾਮ ਦੇ ਦਿੱਤਾ ਕਿ ਰਮਿਆ ਹੋਇਆ ਹੈ। ਇਹ ਬੰਦੇ ਦੇ ਦਿੱਤੇ ਨਾਮ ਨੇ। ਕੀਰਤਮ ਨਾਮ, ਗੁਣਵਾਚਕ ਨਾਮ ਨੇ। ਉਹਦੇ ਗੁਣਾਂ ਤੋਂ ਜੋ ਅਸੀਂ ਉਹਨੂੰ ਜਾਣਦੇ ਹਾਂ, ਇਹ ਉਹਦੇ ਨਾਮ ਨੇ। ਤੇ ਉਹਦੇ ਅਨੰਤ ਗੁਣ ਨੇ, ਅਨੰਤ ਨਾਮ ਨੇ, ਇਹ ਉਹਦੇ ਗੁਣ ਨੇ। ਰਾਮ ਜਿਹੜਾ ਹੈ ਰੱਬ ਦਾ ਨਾਮ ਨਹੀਂ, ਰਾਮ ਰੱਬ ਦਾ ਗੁਣ ਹੈ, ਰਮਿਆ ਹੋਇਆ। ਗੋਪਾਲ ਰੱਬ ਦਾ ਨਾਮ ਨਹੀਂ, ਗੋਪਾਲ ਉਹਦਾ ਗੁਣ ਹੈ, ਪਾਲਣਾ ਕਰਨ ਵਾਲਾ, ਜੋ ਹਰ ਇੱਕ ਦੇ ਅੰਦਰ ਮੌਜੂਦ ਹੈ। ਪਰ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਸਤਨਾਮ ਤੇਰਾ ਪਰਾ ਪੂਰਬਲਾ ਹੈ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਕਿ ਤੂੰ ਹੋਂਦ ਵਾਲਾ ਹੈ, ਤੂੰ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਕ੍ਰੀਏਟਰ ਹੈ, ਰਚਨਹਾਰ ਹੈ। ਉਹ ਰਚ ਰਿਹਾ ਹੈ, ਕੁਛ ਬਣਾ ਰਿਹਾ ਹੈ, ਉਹਦਾ ਗੁਣ ਹੈ ਕਰਤਾ। ਪੁਰਖ, ਪੁਰਖ ਦਾ ਮਤਲਬ ਹੈ ਸਮਾਇਆ ਹੋਇਆ, ਰਮਿਆ ਹੋਇਆ, ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਨਿਰਭਉ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਉਹਨੂੰ ਕਿਸੇ ਦਾ ਡਰ ਨਹੀਂ, ਡਰ ਤੋਂ ਰਹਿਤ ਹੈ। ਨਾ ਡਰਦਾ ਹੈ, ਨਾ ਡਰਾਉਂਦਾ ਹੈ, ਭੈ ਹੈ ਹੀ ਨਹੀਂ ਉਹਦੇ ਵਿੱਚ, ਨਾ ਡਰਦਾ ਹੈ, ਨਾ ਡਰਾਉਂਦਾ। ਨਿਰਵੈਰ, ਰੱਬ ਵੈਰ ਤੋਂ ਰਹਿਤ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ। ਕੁਦਰਤ ਦਾ ਕਿਸੇ ਨਾਲ ਕੋਈ ਵੈਰ ਨਹੀਂ, ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ। ਸਭ ਦੇ ਨਾਲ ਇੱਕ ਜੈਸਾ ਵਿਹਾਰ, ਹਵਾ ਪਾਣੀ ਸਭ ਨੂੰ ਬਰਾਬਰ ਮਿਲ ਰਿਹਾ ਹੈ। ਅਕਾਲ ਮੂਰਤ, ਅਕਾਲ ਦਾ ਮਤਲਬ ਕਾਲ ਰਹਿਤ, ਤੇ ਮੂਰਤ ਦਾ ਮਤਲਬ ਹੁੰਦਾ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ। ਮੂਰਤ ਪੰਜ ਅਰਥਾਂ ਵਿੱਚ ਗੁਰਬਾਣੀ ਵਿੱਚ ਵੈਸੇ ਆਇਆ ਹੈ। ਗੁਰੂ ਪਾਤਸ਼ਾਹ ਨੇ ਮੂਰਤ ਸ਼ਬਦ ਵਰਤਿਆ ਹੈ। ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ, ਕਿ ਜਿਵੇਂ ਮੂਰਤ ਉੱਥੇ ਕਿਹਾ ਹੈ ਕਾਗਜ਼ ਦੀ ਤਸਵੀਰ ਨੂੰ, ਦੀਵਾਰ ਵਿੱਚ ਤਸਵੀਰ ਉਹਨੂੰ ਛੱਡਦੀ ਨਹੀਂ। ਭਗਤ ਕਬੀਰ ਜੀ ਨੇ ਇਹ ਸ਼ਬਦ ਵਰਤਿਆ ਹੈ, ਪਾਖਣ ਗੱਡ ਕੇ ਮੂਰਤ ਕੀਨੀ। ਉੱਥੇ ਮੂਰਤ ਦਾ ਅਰਥ ਹੈ ਪੱਥਰ ਦੀ ਤਸਵੀਰ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਮਹਾ ਦਿਵਸ ਮੂਰਤ ਭਲੇ। ਉੱਥੇ ਮੂਰਤ ਦਾ ਅਰਥ ਹੈ ਮਹੂਰਤ, ਦੋ ਘੜੀਆਂ। ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਉੱਥੇ ਮੂਰਤ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਮੂਰਤ ਮੀਨਸ ਗੁਰੂ ਦੀ ਸਿੱਖਿਆ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ, ਗੁਰ ਮੂਰਤ, ਗੁਰ ਸ਼ਬਦ ਹੈ। ਉੱਥੇ ਮੂਰਤ ਦਾ ਅਰਥ ਹੈ ਅਸਲ ਸਰੂਪ। ਤੇ ਗੁਰੂ ਨਾਨਕ ਦੇਵ ਜੀ ਇੱਥੇ ਮੂਰਤ ਸ਼ਬਦ ਵਰਤ ਰਹੇ ਨੇ ਹਸਤੀ ਵਾਸਤੇ। ਮੂਰਤ ਦਾ ਮਤਲਬ ਹਸਤੀ। ਇੱਥੇ ਇੱਕ ਆਪ ਹੋਰ ਅਜੀਬ ਚੀਜ਼ ਵੇਖੋਗੇ। ਸਤਨਾਮ ਦੇ ਮੰਮੇ ਥੱਲੇ ਔਂਕੜ, ਪੁਰਖ ਦੇ ਖੱਖੇ ਥੱਲੇ ਔਂਕੜ, ਨਿਰਭਉ ਨਿਰਵੈਰ ਦੇ ਅਖੀਰਲੇ ਅੱਖਰਾਂ ਥੱਲੇ ਔਂਕੜ, ਪਰ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ। ਮੂਰਤ ਦੇ ਤੱਤੇ ਨਾਲ ਸਿਹਾਰੀ ਹੈ। ਅਸੀਂ ਸ਼ਾਇਦ ਕਦੇ ਧਿਆਨ ਦੇ ਨਾਲ ਨਹੀਂ ਨਾ ਪੜਿਆ ਵੀ ਅਕਾਲ ਦੇ ਲੱਲੇ ਥੱਲੇ ਔਂਕੜ ਕਿਉਂ ਨਹੀਂ ਆਇਆ, ਮੂਰਤ ਦੇ ਤੱਤੇ ਨਾਲ ਸਿਹਾਰੀ ਕਿਉਂ ਹੈ। ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਿੱਤਾ ਜਾਏ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਏਗੀ।
ਅਕਾਲ ਸ਼ਬਦ ਵੱਖਰਾ ਹੋ ਜਾਏਗਾ, ਮੂਰਤ ਵੱਖਰਾ ਹੋ ਜਾਏਗਾ। ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਥੱਲੇ ਔਂਕੜ ਲੱਗਾ ਹੋਵੇ ਨਾ, ਤਾਂ ਉਹ ਪੁਲਿੰਗ ਸ਼ਬਦ ਹੁੰਦਾ ਹੈ ਤੇ ਇੱਕ ਵਚਨ ਹੁੰਦਾ ਹੈ, ਸਿੰਗੂਲਰ, ਮੇਲ ਜੈਂਡਰ। ਤੇ ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਫੀਮੇਲ ਜੈਂਡਰ, ਇਸਤਰੀ ਲਿੰਗ ਹੋ ਜਾਂਦਾ ਹੈ। ਹੁਣ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਈਏ ਤਾਂ ਇਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੋ ਜਾਏਗਾ ਤੇ ਨਾਸਤਕਤਾ ਪੈਦਾ ਹੋ ਸਕਦੀ ਹੈ। ਅਕਾਲ ਦਾ ਮਤਲਬ ਜਿਸ ਤੇ ਕਾਲ ਦਾ ਕੋਈ ਅਸਰ ਨਹੀਂ, ਜਿਸ ਤੇ ਜਵਾਨੀ ਬੁਢੇਪਾ ਬਚਪਨ ਨਹੀਂ ਆਉਂਦਾ, ਜਿਸ ਦੀ ਕਦੇ ਮੌਤ ਨਹੀਂ ਹੁੰਦੀ, ਤਾਂ ਬੰਦਾ ਸ਼ੰਕਾ ਕਰ ਸਕਦਾ ਹੈ ਫਿਰ ਇਹੋ ਜਿਹੀ ਚੀਜ਼ ਹੋਣੀ ਹੀ ਨਹੀਂ, ਨਾਸਤਕਤਾ ਪੈਦਾ ਹੋ ਸਕਦੀ। ਤੇ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲੱਗਾ ਹੋਵੇ ਤੇ ਮੂਰਤ ਦੇ ਤੱਤੇ ਨਾਲ ਸਿਹਾਰੀ, ਮੂਰਤ ਦਾ ਅਰਥ ਹੋ ਜਾਏਗਾ ਹਸਤੀ, ਤੇ ਜਿਸ ਦੀ ਹਸਤੀ ਹੈ ਉਹਦੀ ਤਸਵੀਰ ਬਣਾਈ ਜਾ ਸਕਦੀ ਹੈ। ਹੁਣ ਅਸੀਂ ਸਾਰੇ ਹਸਤੀਆਂ ਹਾਂ ਨਾ, ਸਾਡੀ ਕੱਲੀ ਕੱਲੇ ਦੀ ਫੋਟੋ ਖਿੱਚੀ ਜਾ ਸਕਦੀ ਹੈ, ਤਸਵੀਰ ਬਣਾਈ ਜਾ ਸਕਦੀ ਹੈ, ਮੇਰੀ ਤਸਵੀਰ ਬਣਾਈ ਜਾ ਸਕਦੀ ਹੈ, ਤੁਹਾਡੀ ਬਣਾਈ ਜਾ ਸਕਦੀ ਹੈ। ਤਾਂ ਫਿਰ ਮੂਰਤੀ ਪੂਜਾ ਸ਼ੁਰੂ ਹੋ ਜਾਏਗੀ। ਸਿੱਖ ਧਰਮ ਦੇ ਵਿੱਚ ਨਾ ਨਾਸਤਕਤਾ ਹੈ, ਨਾ ਮੂਰਤੀ ਪੂਜਾ ਹੈ। ਇਸ ਲਈ ਗੁਰਦੇਵ ਨੇ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਲਗਾਇਆ, ਇਹ ਫੀਮੇਲ ਜੈਂਡਰ ਬਣ ਗਿਆ ਹੈ। ਜਦੋਂ ਅਸੀਂ ਕਿਸੇ ਨਾਉਨ ਦਾ ਆਖਰੀ ਅੱਖਰ ਹਟਾਉਂਦੇ ਆ ਨਾ, ਔਂਕੜ, ਆਖਰੀ ਅੱਖਰ ਥੱਲੋਂ ਔਂਕੜ ਹਟਾਉਂਦੇ ਆ, ਤਾਂ ਉਹ ਫੀਮੇਲ ਜੈਂਡਰ ਵੀ ਬਣ ਜਾਂਦਾ ਹੈ। ਜਿਵੇਂ ਭਗਤ ਦੇ ਤੱਤੇ ਥੱਲੇ ਔਂਕੜ, ਤਾਂ ਉਹ ਮੇਲ ਜੈਂਡਰ ਹੋਏਗਾ, ਲੇਕਿਨ ਸਿਹਾਰੀ ਲੱਗ ਗਈ ਤੇ ਫੀਮੇਲ ਜੈਂਡਰ ਹੋ ਜਾਏਗਾ। ਇੱਥੇ ਅਕਾਲ ਫੀਮੇਲ ਜੈਂਡਰ ਹੈ ਔਰ ਮੂਰਤ ਦਾ ਵਿਸ਼ੇਸ਼ਣ ਹੈ, ਇਕੱਠਾ ਸ਼ਬਦ ਹੈ ਅਕਾਲ ਮੂਰਤ। ਇਹਦਾ ਅਰਥ ਬਣੇਗਾ ਕਾਲ ਰਹਿਤ ਹਸਤੀ। ਰੱਬ ਕਾਲ ਤੋਂ ਰਹਿਤ ਵੀ ਹੈ, ਜੋ ਸਰਬ ਵਿਆਪਕ ਹੈ, ਜੋ ਇੱਕ ਓੰਕਾਰ ਹੈ, ਉਹ ਕਾਲ ਰਹਿਤ ਹੈ ਤੇ ਨਾਲ ਹਸਤੀ ਵੀ ਹੈ। ਯਾਨੀ ਉਹਦੀ ਹਸਤੀ ਵੀ ਹੈ ਤੇ ਉਹ ਕਾਲ ਤੋਂ ਰਹਿਤ ਵੀ ਹੈ। ਇਸ ਲਈ ਅਕਾਲ ਮੂਰਤ ਦਾ ਅਰਥ ਹੋਏਗਾ ਕਾਲ ਰਹਿਤ ਹਸਤੀ। ਅਜੂਨੀ, ਅਜੂਨੀ ਦਾ ਅਰਥ ਹੈ ਜੂਨਾਂ ਤੋਂ ਰਹਿਤ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਵੈਸੇ ਬਹੁਤੇ ਲੋਕਾਂ ਨੇ ਰੱਬ ਦਾ ਅਵਤਾਰ ਮੰਨਿਆ ਹੈ, ਫਲਾਂ ਬੰਦਾ ਰੱਬ ਦਾ ਅਵਤਾਰ ਹੈ ਜਾਂ ਰੱਬ ਅਵਤਾਰ ਧਾਰ ਕੇ ਆਇਆ। ਐਸਾ ਨਹੀਂ ਹੈ। ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਤੇਰਾ ਉਹ ਮੂੰਹ ਸੜ ਜਾਏ। ਜਿਸ ਜ਼ਬਾਨ ਦੇ ਨਾਲ ਉਹ ਤੂੰ ਕਹਿਣਾ ਹੈ ਕਿ ਰੱਬ ਜੂਨ ਵਿੱਚ ਆਇਆ ਹੈ, ਰੱਬ ਜੂਨ ਵਿੱਚ ਨਹੀਂ ਹੈ, ਜੂਨਾਂ ਤੋਂ ਰਹਿਤ ਹੈ। ਸੈਭੰ, ਸੈਭੰ ਦਾ ਅਰਥ ਹੈ ਸੈਭੰ, ਆਪਣੇ ਆਪ ਤੋਂ ਆਪ, ਸੁਤੇ ਪ੍ਰਕਾਸ਼। ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਕਿਸੇ ਮਾਂ-ਬਾਪ ਤੋਂ ਪੈਦਾ ਨਹੀਂ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਹੁਣ ਜਿਹੜਾ ਮਾਲਕ ਲਗਾਤਾਰ ਸਮਾਇਆ ਹੋਇਆ ਹੈ, ਇੱਕੋ ਹੀ ਹੈ, ਜਿਹਦੇ ਵਿੱਚ ਇੰਨੇ ਗੁਣ ਨੇ, ਉਹ ਕਿਵੇਂ ਮਿਲੇ? ਉਹਦੇ ਨਾਲ ਮਿਲਾਪ ਦਾ ਸਾਧਨ ਕੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ। ਪ੍ਰਸਾਦ ਦੇ ਦੱਦੇ ਨਾਲ ਸਿਹਾਰੀ, ਪ੍ਰਸਾਦ ਰਾਹੀਂ, ਕਿਰਪਾ ਰਾਹੀਂ। ਤੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਦੋ ਸ਼ਬਦਾਂ ਦੇ ਅੰਦਰ ਕੋਈ ਸੰਬੰਧਕੀ ਪਦ ਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਪਹਿਲੇ ਜਿਹੜਾ ਹੈ ਜਾਂ ਦੂਜੇ ਆਪਣਾ ਨਾਉਨ ਦਾ ਔਂਕੜ ਜਿਹੜਾ ਹੈ ਹਟਾ ਦਿੱਤਾ ਜਾਂਦਾ ਹੈ। ਗੁਰ ਪ੍ਰਸਾਦ, ਇੱਥੇ ਅਰਥ ਹੈ ਗੁਰੂ ਦੀ ਕਿਰਪਾ ਰਾਹੀਂ, ਤੇ ਦੀ ਸ਼ਬਦ ਸਾਈਲੈਂਟ ਹੈ, ਲੁਪਤ ਹੈ। ਇਸ ਲਈ ਗੁਰ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ ਹੈ। ਜਿਵੇਂ ਗੁਰਸਿੱਖ, ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੋਵੇ ਔਰ ਗੁਰ ਦਾ ਰਾਰਾ ਮੁਕਤਾ ਹੋਵੇ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ। ਗੁਰਸਿੱਖ ਦਾ ਮਤਲਬ ਗੁਰੂ ਦਾ ਸਿੱਖ। ਗੁਰ ਦਾ ਰਾਰਾ ਵੀ ਮੁਕਤਾ ਹੋਵੇ, ਸਿੱਖ ਦਾ ਖੱਖਾ ਵੀ ਮੁਕਤਾ ਹੋਵੇ, ਫਿਰ ਵੀ ਅਸੀਂ ਇਕੱਠਾ ਪੜਾਂਗੇ, ਉਹਦਾ ਅਰਥ ਹੋ ਜਾਏਗਾ ਗੁਰੂ ਦੇ ਸਿੱਖ। ਪਰ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦੇ ਖੱਖੇ ਥੱਲੇ ਵੀ ਔਂਕੜ ਹੋਵੇ, ਫਿਰ ਇਹਨਾਂ ਨੂੰ ਅੱਡ ਅੱਡ ਪੜਾਂਗੇ, ਗੁਰ ਸਿੱਖ, ਜਿਹਦਾ ਮਤਲਬ ਹੋ ਜਾਏਗਾ ਗੁਰੂ ਵੀ ਸਿੰਗੂਲਰ ਔਰ ਸਿੱਖ ਵੀ ਸਿੰਗੂਲਰ। ਤੇ ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦਾ ਖੱਖਾ ਮੁਕਤਾ ਹੋਵੇ, ਤਾਂ ਵੀ ਅਸੀਂ ਵੱਖਰਾ ਪੜਾਂਗੇ ਗੁਰ ਸਿੱਖ।
ਗੁਰੂ ਸਿੰਗੂਲਰ ਸ਼ਬਦ ਹੈ ਗੁਰ, ਤੇ ਸਿੱਖ ਪਲੂਰਲ ਹੈ। ਇੱਥੇ ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਰਾਹੀਂ। ਤਾਂ ਮੈਂ ਇਹ ਅਰਥ ਇੱਕ ਵਾਰ ਫਿਰ ਦੁਹਰਾ ਦਿਆਂ, ਜਿਸ ਕਰਕੇ ਸਾਨੂੰ ਸਮਝ ਆ ਜਾਏ। ਇੱਕ ਓੰਕਾਰ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤਨਾਮ ਉਹ ਹੋਂਦ ਵਾਲਾ ਹੈ, ਉਹਦਾ ਨਾਮ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ ਸਿਰਜਕ ਹੈ, ਸਿਰਜਣਹਾਰ ਹੈ। ਪੁਰਖ ਦਾ ਮਤਲਬ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ। ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਉਹਦੀ ਹਸਤੀ ਕਾਲ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਅਜੂਨੀ ਜੂਨਾ ਤੋਂ ਰਹਿਤ ਹੈ। ਸੈਭੰ ਸੁੱਤੇ ਪ੍ਰਕਾਸ਼ ਹੈ। ਤੇ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਕਿਰਪਾ ਦਾ ਸਦਕਾ। ਹੁਣ ਸਾਡਾ ਜੋ ਧਾਰਮਿਕ ਜਗਤ ਹੈ, ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਰੱਬ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ। ਰੱਬ ਨੂੰ ਮਿਲਣ ਦੀਆਂ ਬਹੁਤ ਸਾਰੀਆਂ ਤਰਕੀਬਾਂ ਦੱਸੀਆਂ ਜਾ ਰਹੀਆਂ ਨੇ। ਰੱਬ ਦੇ ਮਿਲਾਪ ਸਿਖਾਉਣ ਵਾਸਤੇ, ਢੰਗ ਤਰੀਕੇ ਸਿਖਾਉਣ ਵਾਸਤੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਬਹੁਤ ਸਾਰੇ ਡੇਰੇ, ਬਹੁਤ ਸਾਰੇ ਦੇਹਧਾਰੀ ਗੁਰੂ, ਬਹੁਤ ਸਾਰੇ ਹੋਰ ਲੋਕ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਰੱਬ ਦੇ ਨਾਲ ਮਿਲਾਵਾਂਗੇ, ਤੁਹਾਨੂੰ ਨਾਮ ਦਿਆਂਗੇ, ਇਹਨੂੰ ਇਸ ਤਰ੍ਹਾਂ ਜਪੋਗੇ, ਫਿਰ ਤੁਹਾਡੇ ਨਾਲ ਰੱਬ ਮਿਲੇਗਾ। ਰੱਬ ਨੂੰ ਖੋਜੋ, ਰੱਬ ਨੂੰ ਲੱਭੋ। ਹੁਣ ਸਵਾਲ ਪੈਦਾ ਹੁੰਦਾ ਕਿ ਲੱਭਣਾ ਤੇ ਉਹਨੂੰ ਹੈ ਜਿਹੜਾ ਗੁਆਚਿਆ ਹੋਵੇ। ਇਹ ਗੱਲ ਧਿਆਨ ਨਾਲ ਸਮਝਣੀ ਹੈ। ਜਿਹੜਾ ਇੱਕ ਓੰਕਾਰ ਹੈ, ਜਿਹੜਾ ਹੈ ਹੀ ਇੱਕ, ਜਿਹੜਾ ਆਪ ਹੀ ਪਸਰਿਆ ਹੋਇਆ ਹੈ, ਉਹਨੂੰ ਲੱਭੋਗੇ ਕਿਵੇਂ? ਜਿਹੜਾ ਕਦੇ ਗੁਆਚਿਆ ਹੀ ਨਹੀਂ, ਜਿਹੜਾ ਘਟ ਘਟ ਮੈਂ ਹਰ ਜੂ ਵਸੇ, ਜੋ ਮੇਰੇ ਤੁਹਾਡੇ ਸਾਰਿਆਂ ਵਿੱਚ ਵਸ ਰਿਹਾ, ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹਨੂੰ ਕਿਵੇਂ ਲੱਭੋਗੇ? ਉਹਨੂੰ ਲੱਭਣ ਦਾ ਕੋਈ ਸਾਧਨ ਤੇ ਤਾਂ ਹੋਏ ਨਾ ਜੇ ਉਹ ਗੁਆਚਿਆ ਹੋਏ। ਰੱਬ ਨੂੰ ਮਿਲੀਏ ਤੇ ਤਾਂ ਜੇ ਰੱਬ ਤੋਂ ਵਿਛੜੇ ਹੋਈਏ। ਜੇ ਕੋਈ ਕਹਿੰਦਾ ਨਾ ਕਿ ਸਾਨੂੰ ਰੱਬ ਨੂੰ ਮਿਲਣ ਦੀ ਜਾਂਚ ਦੱਸੋ, ਦੱਸੀ ਜਾ ਰਹੀ ਹੈ ਜਾਂਚਾਂ। ਸਾਨੂੰ ਇਹ ਲੋਕ ਕਹਿੰਦੇ ਨੇ ਜੋ ਸਾਡੇ ਨਾਲ ਮਿਲਣ ਵਾਲੇ ਨੇ ਕਿ ਰੱਬ ਨੂੰ ਮਿਲਣ ਦਾ ਸਾਧਨ ਕੋਈ ਹੈ। ਤਾਂ ਮੈਂ ਤਾਂ ਸਾਫ਼ ਕਹਿਣਾ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਾਧਨ ਦੱਸਿਆ ਜਾ ਸਕਦਾ ਹੈ। ਪਹਿਲਾਂ ਮੈਨੂੰ ਇਹ ਦੱਸੋ ਕਿ ਰੱਬ ਤੋਂ ਵਿਛੜਿਆ ਕਿਵੇਂ ਜਾਏ? ਰੱਬ ਤੋਂ ਵਿਛੜਨ ਦਾ ਕੋਈ ਤਰੀਕਾ ਦੱਸੋ ਤੇ ਫਿਰ ਮੈਂ ਤੁਹਾਨੂੰ ਮਿਲਣ ਦਾ ਤਰੀਕਾ ਦੱਸ ਦਿਆਂਗਾ। ਜਿਹਦੇ ਤੋਂ ਵਿਛੜਿਆ ਹੀ ਨਹੀਂ ਜਾ ਸਕਦਾ, ਜਿਹੜਾ ਗੁਆਚਿਆ ਹੀ ਨਹੀਂ, ਉਹਨੂੰ ਲੱਭੀਏ ਕਿਵੇਂ? ਮਿਲਾਂਗੇ ਤੇ ਤਾਂ ਨਾ ਜੇ ਅਸੀਂ ਵਿਛੜੇ ਹੋਈਏ। ਹੁਣ ਦੇਖੋ, ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ ਹਾਂ, ਤਾਂ ਜੇ ਅਸੀਂ ਇੱਕ ਦੂਜੇ ਨੂੰ ਮਿਲਣਾ ਹੋਵੇ ਤਾਂ ਅਸੀਂ ਇੱਕ ਦੂਜੇ ਤੋਂ ਦੂਰ ਹਾਂ। ਘਰ ਵਿੱਚ ਅਸੀਂ ਇੱਕ ਦੂਜੇ ਦੇ ਕੋਲ ਜਾਵਾਂਗੇ, ਆਪਣੇ ਰਿਸ਼ਤੇਦਾਰ ਕੋਲ ਜਾਵਾਂਗੇ, ਤੇ ਜਿਹੜੇ ਬੈਠੇ ਇਕੱਠੇ ਨੇ ਇੱਕ ਦੂਜੇ ਦੇ ਕੋਲ, ਉਹ ਮਿਲਣ ਕਿਵੇਂ? ਰੱਬ ਕਦੇ ਵਿਛੜਿਆ ਨਹੀਂ ਹੈ, ਰੱਬ ਕਦੇ ਗੁਆਚਿਆ ਨਹੀਂ ਹੈ। ਇਸ ਲਈ ਗੁਆਚਿਆ ਹੈ ਬੰਦੇ ਤੋਂ ਇਨਸਾਫ, ਪ੍ਰੇਮ, ਦਇਆ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਸੱਚਾਈ, ਇਹ ਚੀਜ਼ਾਂ ਗੁਆਚ ਗਈਆਂ ਨੇ। ਇਹਨਾਂ ਨੂੰ ਆਪਣੇ ਅੰਦਰੋਂ ਲੱਭੋ, ਇਹਨਾਂ ਨੂੰ ਪ੍ਰਗਟ ਕਰੋ ਤੁਹਾਡੇ ਅੰਦਰ ਨੇ। ਖੈਰ, ਫਿਰ ਵੀ ਉਹਦੇ ਮਿਲਾਪ ਵਾਸਤੇ ਸਾਧਨ ਕੀ ਨੇ? ਉਹਦੇ ਮਿਲਾਪ ਵਾਸਤੇ ਸਾਧਨ ਇੱਕੋ ਹੀ ਹੈ, ਗੁਰ ਪ੍ਰਸਾਦ। ਕਿ ਐਸਾ ਜੋ ਰੱਬ ਹੈ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹਦੇ ਵਿੱਚ ਮਿਲ ਸਕਦੇ ਹਾਂ, ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਚਾਰ ਚੁਫੇਰੇ ਕੁਦਰਤ ਪਸਰੀ ਹੋਈ ਵਿੱਚ ਰੱਬ ਨੂੰ ਵੇਖ ਸਕਦੇ ਹਾਂ। ਕਿਵੇਂ? ਗੁਰੂ ਦੀ ਕਿਰਪਾ ਨਾਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਰੱਬ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਜੀ? ਗੁਰੂ ਦੀ ਕਿਰਪਾ। ਕੀ ਚਾਹੀਦਾ? ਬੋਲੋ ਸਾਰੇ, ਅਨਮਿਊਟ ਰਹਿੰਦਾ ਹੀ। ਕੀ ਚਾਹੀਦਾ ਸਾਨੂੰ? ਗੁਰੂ ਦੀ ਕਿਰਪਾ ਚਾਹੀਦੀ ਨਾ। ਹਾਂ, ਗੁਰੂ ਦੀ ਕਿਰਪਾ। ਉਸ ਤੋਂ ਅੱਗੇ ਫਿਰ ਚੱਲਾਂਗੇ। ਇਸ ਲਈ ਜੇ ਅਸੀਂ ਉਸ ਪ੍ਰਭੂ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ ਤਾਂ ਸਾਡੀ ਯਾਤਰਾ ਇੱਕ ਓੰਕਾਰ ਤੋਂ ਸ਼ੁਰੂ ਨਹੀਂ ਹੋਣੀ, ਸਾਡੀ ਯਾਤਰਾ ਗੁਰ ਪ੍ਰਸਾਦ ਤੋਂ ਸ਼ੁਰੂ ਹੋਏਗੀ।